ਤੁਸੀਂ ਦੇਖ ਰਹੇ ਹੋ ਜੀ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ। ਮੈਂ ਸੁਰਭੀ ਸ਼ਰਮਾ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੀ ਹਾਂ। ਜੀ ਹਾਂ, ਇੰਟਰਨੈਸ਼ਨਲ ਅਪਡੇਟ ਦੇ ਵਿੱਚ ਅਸੀਂ ਖਾਸ ਤੌਰ ਤੇ ਅਪਡੇਟਸ ਲੈ ਕੇ ਆਉਂਦੇ ਹਾਂ ਇਲੈਕਸ਼ਨਸ ਨਾਲ ਜੁੜੀਆਂ ਹੋਈਆਂ। ਜਿਵੇਂ ਆਪਾਂ ਸਭ ਜਾਣਦੇ ਹਾਂ ਕਿ ਅਮਰੀਕਾ ਦੇ ਵਿੱਚ ਇਲੈਕਸ਼ਨਸ ਜੋ ਨੇ ਬਹੁਤ ਜਲਦੀ ਆਉਣ ਲੱਗੇ ਨੇ। ਸਿਰਫ ਥੋੜਾ ਹੀ ਸਮਾਂ ਬਾਕੀ ਹੈ। 5 ਨਵੰਬਰ ਨੂੰ ਅਮਰੀਕਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਉਸ ਨੂੰ ਲੈ ਕੇ ਕੁਝ ਲੇਟੈਸਟ ਅਪਡੇਟ ਤੁਹਾਡੇ ਲਈ ਮੈਂ ਲੈ ਕੇ ਆਈ ਹਾਂ, ਜਿਸ ਵਿੱਚ ਅਸੀਂ ਇਹ ਜਾਣਾਂਗੇ ਕਿ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਦੇ ਵਿੱਚ ਮੁਕਾਬਲਾ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ, ਕੌਣ ਇਸ ਰੇਸ ਦੇ ਵਿੱਚ ਅੱਗੇ ਹੈ ਤੇ ਕੌਣ ਇਸ ਰੇਸ ਦੇ ਵਿੱਚ ਪਿੱਛੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕੀ ਕੁਝ ਬਿਆਨ ਇੱਕ ਦੂਸਰੇ ਦੇ ਲਈ ਉਹਨਾਂ ਵੱਲੋਂ ਦਿੱਤੇ ਜਾ ਰਹੇ ਨੇ, ਕਿ ਕੁਝ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਅਤੇ ਅਮਰੀਕਾ ਲੋਕਾਂ ਦੇ ਲਈ ਕੀ ਕੁਝ ਖਾਸ ਜਿਹੜੇ ਨੇ ਇਹ ਦੋਨੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਕਰਨ ਜਾਣਗੇ। ਸੋ ਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਸੰਯੁਕਤ ਰਾਜ ਦੇ ਵਿੱਚ ਰਾਜਨੀਤੀ ਵਿੱਚ ਇਹ ਇੱਕ ਹੋਰ ਤੂਫਾਨੀ ਹਫਤਾ ਰਹਿ ਗਿਆ ਹੈ। ਯਾਨੀ ਇੱਕ ਹਿਸਾਬ ਦੇ ਨਾਲ ਬਿਲਕੁਲ ਥੋੜੇ ਦਿਨ ਬਾਕੀ ਨੇ, 17 ਕੁ ਦਿਨ ਬਾਕੀ ਰਹਿ ਚੁੱਕੇ ਨੇ। ਇਸ ਤੋਂ ਬਾਅਦ ਇਹ ਸਪਸ਼ਟ ਹੋ ਜਾਏਗਾ ਕਿ ਅਮਰੀਕਾ ਦਾ ਰਾਸ਼ਟਰਪਤੀ ਕੌਣ ਹੈ। ਇਸ ਤੋਂ ਬਾਅਦ ਜੋ ਹੋਏਗਾ ਉਹ ਤਾਂ ਚਲੋ ਵਕਤ ਦੀ ਗੱਲ ਹੈ, ਪਰ ਇਸ ਤੋਂ ਪਹਿਲਾਂ ਜੋ ਹੋ ਰਿਹਾ ਹੈ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਹੁਣ ਅਮਰੀਕਾ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਹੋਰ ਵੀ ਜ਼ਿਆਦਾ ਦਿਲਚਸਪੀ ਵੱਧ ਚੁੱਕੀ ਹੈ, ਕਿਉਂਕਿ ਲੋਕਾਂ ਵੱਲੋਂ ਵੋਟਾਂ ਜਿਹੜੀਆਂ ਹੈ ਉਹ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ, ਜਿਸ ਵਿੱਚ ਬੈਲਟ ਪੇਪਰ ਰਾਹੀਂ ਵੋਟਾਂ ਪਾਈਆਂ ਜਾ ਰਹੀਆਂ ਨੇ। ਉੱਥੇ ਬੂਥ ਰਾਹੀਂ ਵੀ ਵੋਟਾਂ ਪਾਈਆਂ ਜਾਂਦੀਆਂ ਨੇ, ਯਾਨੀ ਈਵੀਐਮ ਮਸ਼ੀਨਸ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਪਰ ਅਮਰੀਕਾ ਦੇ ਵਿੱਚ ਕੁਝ ਹੀ ਰਾਜ ਐਸੇ ਨੇ ਜਿੱਥੇ ਈਵੀਐਮ ਮਸ਼ੀਨਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਈਵੀਐਮ ਮਸ਼ੀਨਸ ਦੀ ਜੇ ਮੈਂ ਗੱਲ ਕਰਾਂ, ਇਸ ਨੂੰ ਲੈ ਕੇ ਵੀ ਐਲੋਨ ਮਸਕ ਜੋ ਕਿ ਅਮਰੀਕਾ ਦੇ ਇੱਕ ਵੱਡੇ ਅਤੇ ਟੈਸਲਾ ਦੇ ਬਹੁਤ ਵੱਡੇ ਉਦਯੋਗਪਤੀ ਨੇ, ਉਹਨਾਂ ਦੇ ਵੱਲੋਂ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਈਵੀਐਮ ਮਸ਼ੀਨਸ ਦੇ ਵਿੱਚ ਧਾਂਦਲੀ ਕੀਤੀ ਜਾ ਸਕਦੀ ਹੈ, ਯਾਨੀ ਧੋਖਾ ਕੀਤਾ ਜਾ ਸਕਦਾ ਹੈ। ਸੋ ਉਹਨਾਂ ਨੇ ਕਿਹਾ ਕਿ ਮੈਂ ਖੁਦ ਟੈਕਨੋਲੋਜੀ ਨਾਲ ਜੁੜਿਆ ਹੋਇਆ, ਇਸ ਕਰਕੇ ਮੈਨੂੰ ਕੰਪਿਊਟਰ ਦੇ ਉੱਤੇ ਜ਼ਿਆਦਾ ਭਰੋਸਾ ਨਹੀਂ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੀਆਂ ਅਮਰੀਕਾ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਉਸ ਨੂੰ ਬੈਲਟ ਪੇਪਰ ਥਰੂ ਹੀ ਕੀਤਾ ਜਾਵੇ, ਇਸ ਵਿੱਚ ਈਵੀਐਮ ਮਸ਼ੀਨਸ ਦਾ ਇਸਤੇਮਾਲ ਨਾ ਕੀਤਾ ਜਾਵੇ। ਇਸ ਨੂੰ ਲੈ ਕੇ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਕਿ ਕਿਸ ਤਰੀਕੇ ਦੇ ਨਾਲ ਇਸ ਦਾ ਧੋਖਾ ਹੋ ਸਕਦਾ ਹੈ। ਇਸ ਵਿੱਚ ਧਾਂਦਲੀ ਹੋਣ ਦੇ ਬਹੁਤ ਜ਼ਿਆਦਾ ਸੰਕੇਤ ਨੇ, ਅਤੇ ਅਗਰ ਕਿਸੇ ਦੀ ਹਾਰ ਜਿੱਤ ਕਰਾਉਣੀ ਹੋਵੇ ਤੇ ਇਸ ਰਾਹੀਂ ਬਹੁਤ ਆਸਾਨੀ ਨਾਲ ਹੋ ਸਕਦੀ ਹੈ। ਉੱਥੇ ਹੀ ਈਵੀਐਮ ਮਸ਼ੀਨਸ ਦੇ ਜੋ ਮਾਲਿਕ ਨੇ ਇਸ ਕੰਪਨੀ ਦੇ, ਉਹਨਾਂ ਵੱਲੋਂ ਕਿਹਾ ਗਿਆ ਕਿ ਐਸਾ ਕੁਝ ਵੀ ਨਹੀਂ ਹੈ। ਸਭ ਤੋਂ ਜ਼ਿਆਦਾ ਭਰੋਸਾ ਈਵੀਐਮ ਮਸ਼ੀਨ ਸੇ ਕੀਤਾ ਜਾ ਸਕਦਾ ਹੈ। ਫਿਲਹਾਲ ਬੈਲਟ ਪੇਪਰ ਤੇ ਵੋਟਾਂ ਹੋ ਰਹੀਆਂ ਨੇ, ਉਸ ਦੇ ਉੱਤੇ ਵੀ ਭਰੋਸਾ ਕੀਤਾ ਜਾਂਦਾ ਹੈ, ਪਰ ਈਵੀਐਮ ਮਸ਼ੀਨਸ ਰਾਹੀਂ ਵੀ ਵੋਟਾਂ ਤੇ ਭਰੋਸਾ ਕੀਤਾ ਜਾ ਸਕਦਾ ਹੈ, ਕਿਉਂਕਿ ਕਿਸੇ ਤਰੀਕੇ ਦੀ ਧਾਂਦਲੀ ਇਸ ਤੋਂ ਨਹੀਂ ਹੋ ਸਕਦੀ। ਸੋ ਇਹ ਈਵੀਐਮ ਮਸ਼ੀਨਸ ਦਾ ਮੁੱਦਾ ਤਾਂ ਚਲੋ ਅਲੱਗ ਮੁੱਦਾ ਹੈ, ਪਰ ਇਹ ਮੁੱਦਾ ਇਸ ਕਰਕੇ ਵੀ ਖਾਸ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਬੈਲਟ ਪੇਪਰ ਥਰੂ ਵੋਟਾਂ ਪਾ ਰਹੇ ਨੇ, ਜਾਂ ਫਿਰ ਜਿਨ੍ਹਾਂ ਨੇ ਈਵੀਐਮ ਮਸ਼ੀਨਸ ਥਰੂ ਵੋਟਾਂ ਪਾਉਣੀਆਂ ਨੇ, ਇਹ ਉਹਨਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਅਗਰ ਈਵੀਐਮ ਮਸ਼ੀਨਸ ਦੇ ਵਿੱਚ ਧਾਂਦਲੀ ਦੀ ਖਬਰ ਆਉਂਦੀ ਹੈ, ਕਿਉਂਕਿ ਕੁਝ ਟਾਈਮ ਪਹਿਲਾਂ ਜਦੋਂ ਪਹਿਲਾਂ ਵੋਟਾਂ ਹੋਈਆਂ ਸੀ, ਉਦੋਂ ਵੀ ਈਵੀਐਮ ਮਸ਼ੀਨਸ ਨੂੰ ਲੈ ਕੇ ਇੱਕ ਖਬਰ ਜਿਹੜੀ ਸੀ ਅਮਰੀਕਾ ਦੀ ਇੱਕ ਨਿਊਜ਼ ਏਜੰਸੀ ਵੱਲੋਂ ਛਾਪੀ ਗਈ ਸੀਗੀ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਈਵੀਐਮ ਮਸ਼ੀਨਸ ਦੇ ਵਿੱਚ ਧੋਖਾ ਕੀਤਾ ਗਿਆ ਹੈ। ਪਰ ਬਾਅਦ ਵਿੱਚ ਉਸ ਕੰਪਨੀ ਨੂੰ ਮਾਨਹਾਨੀ ਦਾ ਕੇਸ ਜਿਹੜਾ ਉਹਦੇ ਤੇ ਪਿਆ ਅਤੇ ਕੁਝ ਰਕਮ ਦੇ ਨਾਲ ਇਸ ਨੂੰ ਰਫਾ ਦਫਾ ਕੀਤਾ ਗਿਆ। ਇਸੇ ਕਰਕੇ ਹੀ ਦੁਬਾਰਾ ਐਲਨ ਮਸਕ ਵੱਲੋਂ ਇਹ ਗੱਲ ਕਹੀ ਗਈ ਹੈ। ਪਰ ਇਸ ਗੱਲ ਨੂੰ ਲੈ ਕੇ ਹੁਣ ਬਹੁਤ ਸਾਰੇ ਲੋਕਾਂ ਵਿੱਚ ਇਸ ਗੱਲ ਦੀ ਚਿੰਤਾ ਹੋਏਗੀ ਕਿ ਇਹ ਗੱਲ ਸੱਚ ਨਾ ਹੋਵੇ। ਇਸ ਨੂੰ ਕਲੀਅਰ ਕਰਨ ਵਾਸਤੇ ਉਸ ਕੰਪਨੀ ਨੇ ਤਾਂ ਕਹਿ ਦਿੱਤਾ ਹੈ ਕਿ ਐਸਾ ਕੁਝ ਵੀ ਨਹੀਂ ਹੈ, ਪਰ ਫਿਰ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਜ਼ਰੂਰ ਆਏਗੀ। ਸੋ ਬੈਲਟ ਪੇਪਰ ਰਾਹੀਂ ਵੋਟਾਂ ਜਿਹੜੀਆਂ ਪੈਣੀਆਂ ਅਮਰੀਕਾ ਵਿੱਚ ਸ਼ੁਰੂ ਹੋ ਚੁੱਕੀਆਂ ਨੇ। ਬਹੁਤ ਸਾਰੇ ਲੋਕਾਂ ਨੇ ਵੋਟਾਂ ਪਾ ਵੀ ਦਿੱਤੀਆਂ ਨੇ, ਇੱਥੋਂ ਤੱਕ ਕਿ ਬਹੁਤ ਵੱਡੇ ਵੱਡੇ ਉਦਯੋਗਪਤੀ ਜਾਂ ਫਿਰ ਸਾਬਕਾ ਰਾਸ਼ਟਰਪਤੀ ਉਹਨਾਂ ਨੇ ਵੀ ਇਸ ਲਈ ਵੋਟਾਂ ਪਾਈਆਂ ਨੇ। ਪਰ ਸਵਾਲ ਇਹ ਉੱਠਦਾ ਹੈ ਕਿ ਆਖਿਰ ਇਹ ਸਾਰੀ ਵੋਟਾਂ ਗਈਆਂ ਕਿਹਨੂੰ ਨੇ? ਇਹ ਤਾਂ ਚਲੋ 5 ਨਵੰਬਰ ਨੂੰ ਪਤਾ ਚੱਲੇਗਾ, ਪਰ ਇਸ ਲਈ ਜੋ ਜ਼ੋਰ ਸ਼ੋਰ ਨਾਲ ਤਿਆਰੀ ਚੱਲ ਰਹੀਆਂ ਨੇ, ਜਿਹੜੇ ਰਾਜ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਔਰ ਜਿੱਥੇ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਯਾਨੀ ਕਿ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਉਪ ਰਾਸ਼ਟਰਪਤੀ, ਇਹਨਾਂ ਦੋਨਾਂ ਵਿੱਚ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਕਿਉਂਕਿ ਕੁਝ ਰਾਜ ਐਸੇ ਨੇ ਜਿੱਥੇ ਦੀ ਵੋਟ ਬਹੁਤ ਜ਼ਿਆਦਾ ਅਹਿਮ ਹੈ। ਅਗਰ ਉੱਥੇ ਦੇ ਲੋਕ ਇਹਨਾਂ ਨੂੰ ਵੋਟ ਪਾਉਂਦੇ ਨੇ ਤੇ ਇਹਨਾਂ ਦੇ ਜਿੱਤਣ ਦਾ ਰਾਹ ਸਾਫ਼ ਹੋ ਜਾਂਦਾ ਹੈ। ਇਸ ਕਰਕੇ ਇਹਨਾਂ ਦੋਨਾਂ ਦੇ ਵੱਲੋਂ, ਯਾਨੀ ਦੋਨਾਂ ਉਮੀਦਵਾਰਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰੀਕਾ ਦੇ ਉਹਨਾਂ ਰਾਜਾਂ ਦੇ ਵਿੱਚ ਜ਼ੋਰ ਸ਼ੋਰ ਨਾਲ ਕੰਮ ਕਰਨ ਦੀ, ਤਾਂ ਕਿ ਉੱਥੇ ਦੇ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਜਗਾਇਆ ਜਾ ਸਕੇ ਅਤੇ ਉਹ ਬਹੁਤ ਸੋਚ ਸਮਝ ਕੇ ਹੀ ਉਸ ਰਾਸ਼ਟਰਪਤੀ ਨੂੰ ਚੁਣਨ ਜੋ ਦੇਸ਼ ਲਈ ਸੇਵਾ ਕਰ ਸਕੇ। ਰਾਸ਼ਟਰਪਤੀ ਦੌੜ ਨੂੰ ਸਿਰਫ 2 ਹਫ਼ਤੇ ਬਚੇ ਹਨ। ਉਮੀਦਵਾਰ ਵੋਟਰਾਂ ਨੂੰ ਆਪਣੀ ਅੰਤਿਮ ਅਪੀਲ ਕਰਨ ਦੀ ਤਿਆਰੀ ਕਰ ਰਹੇ ਹਨ। ਅੰਤਮ ਕਾਊਂਟਡਾਊਨ ਨੇੜੇ ਆਉਣ ਤੇ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਜਿਹੜੇ ਨੇ ਕ੍ਰਮਵਾਰ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ, ਉਹ ਬਹੁਤ ਕੁਝ ਆਪਣੀ ਕੋਸ਼ਿਸ਼ਾਂ ਕਰ ਰਹੇ ਨੇ। ਤੇ 5 ਨਵੰਬਰ ਨੂੰ ਰਾਸ਼ਟਰਪਤੀ ਦੌੜ ਦੇ ਵਿੱਚ ਹੁਣ 17 ਦਿਨ ਬਾਕੀ ਨੇ। ਜਿਵੇਂ ਅਸੀਂ ਸਭ ਜਾਣਦੇ ਹਾਂ, ਪਿਛਲੇ ਹਫ਼ਤੇ ਤੋਂ ਰਾਸ਼ਟਰੀ ਔਸਤ ਕਾਫੀ ਹੱਦ ਤੱਕ ਸਥਿਰ ਰਹੀ ਹੈ। ਹੈਰਿਸ ਨੇ ਇੱਕ ਰੇਜ਼ਰ ਪਤਲੀ ਲੀਡ ਬਣਾਈ ਰੱਖੀ। ਵਿਅਕਤੀਗਤ ਸਵਿੰਗ ਰਾਜਾਂ ਦੇ ਕੁਝ ਪੋਲ ਹਾਲਾਂਕਿ ਟਰੰਪ ਨੂੰ ਉੱਚਾ ਦਰਸਾਉਂਦੇ ਨੇ, ਪਰ CBS ਨਿਊਜ਼ ਜਾਂ ਫਿਰ YouGov ਤੋਂ ਇਸ ਹਫ਼ਤੇ ਇੱਕ ਪੋਲ ਉਦਾਹਰਨ ਦੇ ਲਈ ਐਰੀਜ਼ੋਨਾ ਵਿੱਚ 0 ਹੋ ਗਿਆ। ਇੱਥੇ ਵਿਸ਼ਲੇਸ਼ਕਾਂ ਨੇ ਹੈਰਿਸ ਉੱਤੇ ਟਰੰਪ ਲਈ 3 ਪੁਆਇੰਟਾਂ ਦੀ ਲੀਡ ਨੋਟ ਕੀਤੀ ਹੈ। ਉਧਰ ਹੀ ਇੱਕ NPR ਵਿਸ਼ਲੇਸ਼ਣ ਨੇ ਇਸੇ ਤਰ੍ਹਾਂ
ਜੰਗ ਦੇ ਮੈਦਾਨ ਵਾਲੇ ਰਾਜਾਂ ਵਿੱਚ ਟਰੰਪ ਦੇ ਪੱਖ ਵਿੱਚ ਲਹਿਰਾਂ ਨੂੰ ਮੋੜਦੇ ਦੇਖਿਆ। ਹਾਲਾਂਕਿ ਨਿਊਜ਼ ਆਊਟਲੈਟ ਨੇ ਰੇਸ ਕਿੰਨੀ ਤੰਗ ਹੈ ਇਸ ਬਾਰੇ ਸਪਸ਼ਟ ਕੀਤਾ ਹੈ। ਇਸ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਚੋਣਾਂ ਘੱਟ ਹੀ ਪੂਰੀ ਕਹਾਣੀ ਦੱਸਦੀਆਂ ਹਨ ਅਤੇ ਹੈਰਾਨੀ ਬਿਨਾਂ ਸ਼ੱਕ ਦੂਰੀ ਆ ਜਾਂਦੀ ਹੈ। ਸੋ ਹੈਰਿਸ ਦੀ ਮੁਹਿੰਮ ਨੇ ਟਰੰਪ ਦੀ ਉਮਰ ਨੂੰ ਵੀ ਨਿਸ਼ਾਨਾ ਬਣਾਇਆ, ਜਿਵੇਂ ਆਪਾਂ ਸਭ ਜਾਣਦੇ ਹਾਂ, ਕਿਉਂਕਿ ਟਰੰਪ ਵੱਲੋਂ ਜਦੋਂ ਜੋ ਬਾਈਡਨ ਇਸ ਰੇਸ ਵਿੱਚ ਸ਼ਾਮਿਲ ਸੀਗੇ ਜਾਂ ਫਿਰ ਜੋ ਬਾਈਡਨ ਜਦੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿੱਚ ਦੌੜ ਲਗਾ ਰਹੇ ਸੀ, ਇਸ ਵਿੱਚ ਰੇਸ 'ਤੇ ਮੁਕਾਬਲਾ ਕਰ ਰਹੇ ਸੀ ਡੋਨਲਡ ਟਰੰਪ ਦੇ ਨਾਲ, ਉਦੋਂ ਡੋਨਲਡ ਟਰੰਪ ਵੱਲੋਂ ਬਹੁਤ ਸਾਰਾ ਨਿਸ਼ਾਨੇ ਜਿਹੜੇ ਸੀਗੇ ਉਹਨਾਂ ਦੀ ਉਮਰ ਨੂੰ ਲੈ ਕੇ ਜੋ ਬਾਈਡਨ ਦੇ ਉੱਤੇ ਲਗਾਏ ਜਾ ਰਹੇ ਸੀਗੇ। ਜੋ ਬਾਈਡਨ ਦੇ ਉੱਤੇ ਐਸੇ ਨਿਸ਼ਾਨੇ ਲਗਾਏ ਜਾ ਰਹੇ ਸੀ ਕਿ ਇਹਨਾਂ ਬਜ਼ੁਰਗ ਰਾਸ਼ਟਰਪਤੀ ਕਿਵੇਂ ਕੋਈ ਸੱਤਾ ਸੰਭਾਲ ਸਕਦਾ ਹੈ, ਕਿਉਂਕਿ ਜੋ ਬਾਈਡਨ ਜਿਹੜੇ ਆ ਉਹ ਇਸ ਸਮੇਂ 81 ਸਾਲ ਦੇ ਹੋ ਚੁੱਕੇ ਨੇ। ਔਰ ਅਗਰ ਮੈਂ ਰਾਸ਼ਟਰਪਤੀ ਉਮੀਦਵਾਰ ਦੇ ਦੌੜ ਵਿੱਚ ਸ਼ਾਮਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਯਾਨੀ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਗੱਲ ਕਰਾਂ ਤਾਂ ਇਸ ਵੇਲੇ ਉਹ ਉਮੀਦਵਾਰਾਂ ਦੀ ਸੂਚੀ ਦੇ ਵਿੱਚ ਅਗਰ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਨੇ ਤੇ ਇਸ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਉਮਰਦਾਜ ਇਨਸਾਨ ਬਣ ਚੁੱਕੇ ਨੇ। ਅਗਰ ਉਹ ਜਿੱਤ ਜਾਂਦੇ ਨੇ ਤੇ ਉਹ ਵੀ ਅਮਰੀਕਾ ਦੇ ਰਾਸ਼ਟਰਪਤੀ ਦੇ ਸਭ ਤੋਂ ਬਜ਼ੁਰਗ ਜਿਹੜੇ ਨੇ ਰਾਸ਼ਟਰਪਤੀ ਹੋਣਗੇ, ਜੋ ਕਿ ਹੁਣ ਹੌਲੀ ਹੌਲੀ ਬਾਈਡਨ ਵਾਲੀ ਸਟੇਜ ਤੇ ਆ ਰਹੇ ਨੇ। ਫਿਲਹਾਲ ਬਾਈਡਨ ਤੋਂ 3 ਸਾਲ ਛੋਟੇ ਨੇ, ਇਸ ਕਰਕੇ ਉਹਨਾਂ ਦੀ ਸਥਿਤੀ ਨੂੰ ਲੈ ਕੇ ਹੁਣ ਕਮਲਾ ਹੈਰਿਸ ਨੇ ਨਿਸ਼ਾਨਾ ਬਣਾਇਆ ਹੈ। ਕਮਲਾ ਹੈਰਿਸ ਜੋ ਖੁਦ ਇੱਕ ਬਹੁਤ ਫਿੱਟ ਹੈ, ਉਹਨਾਂ ਨੇ ਆਪਣੀ ਉਮਰ ਨੂੰ ਲੈ ਕੇ, ਆਪਣੀ ਸਿਹਤ ਨੂੰ ਲੈ ਕੇ ਇੱਕ ਰਿਪੋਰਟ ਸਾਂਝੀ ਕੀਤੀ ਹੈ। ਇਹ ਰਿਪੋਰਟ ਉਹਨਾਂ ਨੇ ਇਸ ਕਰਕੇ ਸਾਂਝੀ ਕੀਤੀ ਸੀ ਕਿਉਂਕਿ ਉਹ ਅਮਰੀਕਾ ਦੇ ਲੋਕਾਂ ਨੂੰ ਇਹ ਦਰਸਾਉਣਾ ਚਾਹੁੰਦੇ ਸੀ ਕਿ ਉਹਨਾਂ ਦੇ ਚੁਣੇ ਗਏ ਰਾਸ਼ਟਰਪਤੀ ਵਿੱਚੋਂ ਕੌਣ ਜ਼ਿਆਦਾ ਫਿੱਟ ਹੈ। ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਫਿੱਟ ਹਾਂ, ਮੈਨੂੰ ਕੋਈ ਚੀਜ਼ ਦੀ ਕੋਈ ਦਿੱਕਤ ਨਹੀਂ ਹੈ ਅਤੇ ਰਾਸ਼ਟਰਪਤੀ ਅਹੁਦੇ ਨੂੰ ਸੰਭਾਲ ਵੀ ਸਕਦੀ ਹਾਂ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਚੈਲੰਜ ਵੀ ਟਰੰਪ ਨੂੰ ਕੀਤਾ। ਉਹਨਾਂ ਨੇ ਡੋਨਲਡ ਟਰੰਪ ਨੂੰ ਚੈਲੰਜ ਕੀਤਾ ਕਿ ਉਹ ਵੀ ਆਪਣੀ ਰਿਪੋਰਟ ਨੂੰ ਜਨਤਾ ਦੇ ਸਾਹਮਣੇ ਸਾਂਝੀ ਕਰਨ ਤਾਂ ਕਿ ਅਮਰੀਕਾ ਦੇ ਲੋਕ ਇਹ ਜਾਣ ਸਕਣ ਕਿ ਜੋ ਬਾਈਡਨ ਤੋਂ ਬਾਅਦ ਅਗਰ ਟਰੰਪ ਇਸ ਚੋਣ ਦੇ ਵਿੱਚ ਜਿੱਤ ਜਾਂਦੇ ਨੇ ਜਾਂ ਫਿਰ ਰਾਸ਼ਟਰਪਤੀ ਉਮੀਦਵਾਰ ਬਣ ਜਾਂਦੇ ਨੇ ਤਾਂ ਕਿੰਨੇ ਜ਼ਿਆਦਾ ਫਿੱਟ ਨੇ ਕਿ ਉਹ ਇਸ ਸੱਤਾ ਨੂੰ ਸੰਭਾਲ ਪਾਣਗੇ। ਇਸ ਤੋਂ ਬਾਅਦ ਉਹਨਾਂ ਨੇ ਨਿਸ਼ਾਨਾ ਸਾਧਿਆ ਕਿ ਕਿੰਨੇ ਬਜ਼ੁਰਗ ਜਿਹੜੇ ਨੇ ਉਹ ਟਰੰਪ ਨੇ ਅਤੇ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਉਹ ਰਾਸ਼ਟਰਪਤੀ ਹੋਣ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਨੂੰ ਉਠਾਉਣਗੇ। ਪਰ ਭਾਵੇਂ ਡੈਮੋਕ੍ਰੈਟਿਕ ਨਾਮਜ਼ਦ ਵਿਅਕਤੀ ਜੀਵਨ ਦੇ ਇੱਕ ਨਵੇਂ ਦਹਾਕੇ ਵਿੱਚ ਪ੍ਰਵੇਸ਼ ਕਰਨ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਿਹਾ ਹੈ, ਉਸ ਦੀ ਮੁਹਿੰਮ ਨੇ ਆਪਣੇ ਰਿਪਬਲਿਕਨ ਵਿਰੋਧੀ ਦੀ ਵੱਧਦੀ ਉਮਰ ਨੂੰ ਨਿਸ਼ਾਨਾ ਬਣਾਇਆ ਹੈ। ਟਰੰਪ ਦੀ ਉਮਰ ਇਸ ਵੇਲੇ 78 ਸਾਲ ਦੀ ਹੈ। ਜੇਕਰ ਨਵੰਬਰ ਦੀ ਦੌੜ ਵਿੱਚ ਸਫਲ ਹੋ ਜਾਂਦੇ ਹਨ ਤਾਂ ਉਹ ਰਾਸ਼ਟਰਪਤੀ ਚੁਣੇ ਜਾਣ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਹੋਣਗੇ। ਇਸ ਕਰਕੇ ਹੁਣ ਉਹਨਾਂ ਦੀ ਉਮਰ ਨੂੰ ਲੈ ਕੇ ਬਹੁਤ ਸਾਰੇ ਸਵਾਲ ਜਿਹੜੇ ਨੇ ਕੀਤੇ ਜਾ ਰਹੇ ਨੇ। ਖਾਸ ਤੌਰ ਤੇ ਡੈਮੋਕ੍ਰੈਟਿਕ ਪਾਰਟੀ ਉਹਨਾਂ ਦੇ ਉੱਤੇ ਸਵਾਲ ਚੁੱਕ ਰਹੀ ਹੈ ਉਹਨਾਂ ਦੀ ਉਮਰ ਨੂੰ ਲੈ ਕੇ। ਇਸ ਉੱਤੇ ਡੋਨਲਡ ਟਰੰਪ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀਗਾ। ਡੋਨਲਡ ਟਰੰਪ ਨੇ ਕਿਹਾ ਕਿ ਉਹ ਬਿਲਕੁਲ ਫਿੱਟ ਨੇ। ਉਹਨਾਂ ਨੇ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਨੇ ਅਤੇ ਇਹ ਸਾਰੀਆਂ ਰੈਲੀਆਂ ਇਸ ਗੱਲ ਦਾ ਸਬੂਤ ਹੈ ਕਿ ਫਿੱਟ ਹੈ, ਉਹ ਬੋਲ ਸਕਦੇ ਨੇ, ਉਹ ਬਹਿਸ ਕਰਨ ਦੇ ਵਿੱਚ ਸક્ષਮ ਨੇ। ਇਸ ਕਰਕੇ ਉਹ ਬਿਲਕੁਲ ਫਿੱਟ ਹੈ। ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਕਿ ਆਪਣੀ ਰਿਪੋਰਟ ਨੂੰ ਸਾਂਝਾ ਕੀਤਾ ਜਾਵੇ। ਸੋ ਇਸ ਤੋਂ ਬਾਅਦ ਉਹਨਾਂ ਨੇ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੀ ਪਾਰਟੀ ਵਾਲੇ ਅਧਿਕਾਰੀਆਂ ਨੇ ਵੀ ਇਹ ਕਿਹਾ ਸੀ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ, ਉਹ ਬਿਲਕੁਲ ਫਿੱਟ ਨੇ ਤੇ ਆਪਣੀ ਰੈਲੀਆਂ ਨੂੰ ਕਰ ਰਹੇ ਨੇ ਅਤੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਜਾ ਰਿਹਾ ਹੈ। ਸੋ ਇਸ ਨੂੰ ਲੈ ਕੇ ਐਸੇ ਬਹੁਤ ਸਾਰੇ ਜਿਹੜੇ ਸਵਾਲ ਨੇ ਆਪਸ ਦੇ ਵਿੱਚ ਉਹਨਾਂ ਦੋਨਾਂ ਵੱਲੋਂ ਕੀਤੇ ਜਾ ਰਹੇ ਨੇ। ਦੋਨਾਂ ਦੇ ਆਪਸ ਵਿੱਚ ਨਿਸ਼ਾਨੇ ਜਿਹੜੇ ਸਾਧੇ ਜਾ ਰਹੇ ਨੇ, ਕਦੀ ਕਿਸੇ ਗੱਲ ਨੂੰ ਲੈ ਕੇ, ਕਦੀ ਕਿਸੇ ਗੱਲ ਨੂੰ ਲੈ ਕੇ। ਪਰ ਉੱਥੇ ਹੀ ਹੁਣ ਕੁਝ ਸਵਿੰਗ ਰਾਜ ਹੈ, ਉੱਥੇ ਦਾ ਜਿਹੜਾ ਮੁੱਦਾ ਬਹੁਤ ਅਹਿਮ ਬਣਿਆ ਹੋਇਆ ਹੈ ਕਿਉਂਕਿ ਇਹ ਸਵਿੰਗ ਰਾਜ ਜਿਹੜੇ ਨੇ ਇਸ ਵਿੱਚ ਇਹਨਾਂ ਦੋਨਾਂ ਪਾਰਟੀਆਂ ਦਾ ਜਿੱਤਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਹਿਸਾਬ ਨਾਲ ਕਿਹਾ ਜਾ ਸਕਦਾ ਹੈ ਕਿ ਇਹਨਾਂ ਦੀ ਅੱਧੀ ਜਿਹੜੀ ਜਿੱਤ ਹੈ ਇੱਥੋਂ ਹੀ ਪ੍ਰਾਪਤ ਹੋ ਸਕਦੀ ਹੈ। ਇਸ ਕਰਕੇ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਇਹਨਾਂ ਸਵਿੰਗ ਰਾਜਾਂ ਦੇ ਵਿੱਚ ਬਹੁਤ ਜ਼ਿਆਦਾ ਆਪਣਾ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ। ਉਧਰ ਹੀ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਦੀ ਇੱਕ ਬਹਿਸ ਦੌਰਾਨ ਉਹਨਾਂ ਨੇ ਬਾਈਡਨ ਪ੍ਰਸ਼ਾਸਨ ਦਾ ਚੰਗੀ ਤਰੀਕੇ ਨਾਲ ਵਕਾਲਤ ਕੀਤੀ ਕਿਉਂਕਿ ਹੁਣ ਵਕਤ ਉਹ ਆ ਚੁੱਕਿਆ ਹੈ ਜਦੋਂ ਇਹਨਾਂ ਦੋਨਾਂ ਉਮੀਦਵਾਰਾਂ ਕੋਲੋਂ ਬਹੁਤ ਘੱਟ ਸਮਾਂ ਹੈ। ਇਸ ਕਰਕੇ ਪੂਰੀ ਤਰੀਕੇ ਨਾਲ ਆਪਣੀ ਕੋਸ਼ਿਸ਼ ਹਾਲੇ ਤੱਕ ਕਰ ਰਹੇ ਨੇ। ਚਾਹੇ 17 ਦਿਨ ਬਾਕੀ ਨੇ ਪਰ ਕਮਲਾ ਹੈਰਿਸ ਵੱਲੋਂ ਕੋਈ ਨਾ ਕੋਈ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਵਿੱਚ ਉਹ ਆਪਣੇ ਦਾਅਵਿਆਂ ਨੂੰ ਪੇਸ਼ ਕਰਦੇ ਹੋਏ ਨਜ਼ਰ ਆਉਂਦੇ ਨੇ ਅਤੇ ਉਹ ਹਰ ਸਵਾਲ ਦਾ ਜਵਾਬ ਦੇਣ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਨੇ। ਉੱਥੇ ਇੱਕ ਬਹਿਸ ਦੌਰਾਨ ਉਹਨਾਂ ਦੇ ਸਵਾਲ ਦੇ ਵਿੱਚ ਐਸੀ ਜੰਗਬੰਦੀ ਹੋਈ ਜਿਸ ਨਾਲ ਸਵਾਲ ਜਵਾਬ ਹੋ ਰਹੇ ਸੀ ਉਸ ਦੇ ਵਿੱਚ ਕਿ ਉਹਨਾਂ ਨੇ ਆਪਣੀ ਹਾਰ ਨਹੀਂ ਮੰਨੀ। ਯਾਨੀ ਕਿ ਦੋਨਾਂ ਦੇ ਵਿੱਚ ਬਹਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਕਿਉਂਕਿ ਜਦੋਂ ਬ੍ਰੈਟ ਜੋ ਸਵਾਲ ਕਰ ਰਿਹਾ ਸੀ ਉਸ ਨੂੰ ਰੋਕ ਕੇ ਕਮਲਾ ਹੈਰਿਸ ਨੇ ਆਪਣੇ ਸਵਾਲ ਦੇ ਜਵਾਬ ਦਿੱਤੇ ਅਤੇ ਉਸਨੇ ਵੀ ਕਮਲਾ ਹੈਰਿਸ ਨੂੰ ਰੋਕ ਕੇ ਬਹੁਤ ਸਾਰੇ ਸਵਾਲ ਪੁੱਛੇ। ਸੋ ਇਸ ਤਰੀਕੇ ਨਾਲ ਸਵਾਲ ਜਵਾਬ ਚੱਲਦੇ ਰਹੇ ਪਰ ਕਮਲਾ ਹੈਰਿਸ ਨੇ ਆਪਣੇ ਜਵਾਬਾਂ ਨੂੰ ਬਹੁਤ ਬਾਖੂਬੀ ਦੇ ਨਾਲ ਜਨਤਾ ਤੱਕ ਪਹੁੰਚਾਇਆ। ਹਾਲਾਂਕਿ ਉਹਨਾਂ ਲਈ ਥੋੜਾ ਮੁਸ਼ਕਿਲ ਹੋ ਰਿਹਾ ਸੀਗਾ ਪਰ ਫਿਰ ਵੀ ਉਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਦੇ ਨਾਲ ਆਪਣੀ ਗੱਲ ਨੂੰ ਜਨਤਾ ਦੇ ਸਾਹਮਣੇ ਰੱਖਿਆ। ਉੱਥੇ ਹੀ ਬਹੁਤ ਸਾਰੇ ਸਵਾਲ ਉਹਨਾਂ ਕੋਲ ਪੁੱਛੇ ਗਏ ਜਿਸ ਵਿੱਚ
ਇਮੀਗ੍ਰੇਸ਼ਨ ਦਾ ਮੁੱਦਾ ਜੋ ਕਿ ਬਹੁਤ ਅਹਿਮ ਹੈ, ਇਸ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਸੀਗੀਆਂ। ਇਸ ਨੂੰ ਲੈ ਕੇ ਕਮਲਾ ਹੈਰਿਸ ਨੇ ਪੂਰੀ ਤਰੀਕੇ ਦੇ ਨਾਲ ਡੈਮੋਕ੍ਰੈਟਿਕ ਪਾਰਟੀ ਯਾਨੀ ਜੋ ਬਾਈਡਨ ਦੀ ਵਕਾਲਤ ਕੀਤੀ ਹੈ, ਉਹਨਾਂ ਦਾ ਸਮਰਥਨ ਕੀਤਾ ਹੈ। ਉਹਨਾਂ ਨੇ ਬਿਲਕੁਲ ਕਲੀਅਰ ਕਿਹਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਨੇ ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਨੂੰ ਸੰਭਾਲਿਆ ਹੈ ਅਤੇ ਡੋਨਾਲਡ ਟਰੰਪ ਨੇ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਲੈ ਕੇ ਆਪਣਾ ਪੱਖ ਕੀਤਾ ਹੈ ਪੇਸ਼, ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਗੱਲ ਨੂੰ ਕਿੰਨਾ ਵੱਡਾ ਮੁੱਦਾ ਬਣਾਇਆ ਹੈ। ਸੋ ਕਮਲਾ ਹੈਰਿਸ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਬਾਈਡਨ ਤੋਂ ਬਾਅਦ ਅਗਰ ਉਹ ਜਿੱਤ ਜਾਂਦੀ ਹੈ ਤਾਂ ਅਮਰੀਕਾ ਦੇ ਲੋਕਾਂ ਲਈ ਕੁਝ ਵੱਖਰਾ ਕਰੇਗੀ। ਇਹ ਨਹੀਂ ਹੈ ਕਿ ਜੋ ਬਾਈਡਨ ਦੇ ਰਾਹ ਤੇ ਹੀ ਉਹੀ ਚੀਜ਼ਾਂ ਕੀਤੀਆਂ ਜਾਣਗੀਆਂ ਜੋ ਬਾਈਡਨ ਕਰਦੇ ਸੀ। ਉਹਨਾਂ ਨੇ ਕਿਹਾ ਜਦੋਂ ਇਹ ਕਾਰਜਕਾਲ ਉਹਨਾਂ ਦੇ ਹੱਥ ਵਿੱਚ ਆ ਜਾਏਗਾ ਤਾਂ ਹਰ ਇੱਕ ਚੀਜ਼ ਨੂੰ ਆਪਣੇ ਅਕੋਰਡਿੰਗ ਕਰਨਗੇ ਜੋ ਅਮਰੀਕਾ ਦੇ ਲੋਕਾਂ ਦੇ ਹਿੱਤ ਵਿੱਚ ਹੋਏਗੀ। ਇਹ ਨਹੀਂ ਹੈ ਕਿ ਜੋ ਬਾਈਡਨ ਦੁਆਰਾ ਬਣਾਏਗੀ ਨੀਤੀ ਨੂੰ ਉਸੇ ਤਰੀਕੇ ਨਾਲ ਅੱਗੇ ਚਲਾਉਂਦੇ ਰਹਿਣਗੇ। ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਇਮੀਗ੍ਰੇਸ਼ਨ ਪ੍ਰਣਾਲੀ ਜੋ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਅਮਰੀਕਾ ਦੇ ਵਿੱਚ, ਇਸ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਵੈਸੇ ਵੀ ਇਸ ਨੂੰ ਸੁਧਾਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਦੇ ਨਾਲ ਹੀ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਉਹਨਾਂ ਦੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਪ੍ਰਵਾਸੀ ਜਿਨ੍ਹਾਂ ਨੂੰ ਡੋਨਾਲਡ ਟਰੰਪ ਬਾਹਰ ਕੱਢਣਾ ਚਾਹੁੰਦੇ ਨੇ ਅਤੇ ਜਿਨ੍ਹਾਂ ਦੇ ਲਈ ਬਹੁਤ ਜ਼ਿਆਦਾ ਪਾਬੰਦੀਆਂ ਦਾ ਇੰਤਜ਼ਾਮ ਉਹ ਕਰਨ ਬਾਰੇ ਸੋਚ ਰਹੇ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਪ੍ਰਵਾਸੀ ਜਿਹੜੇ ਨੇ ਉਹ ਅਮਰੀਕਾ ਦੀ ਇੱਕ ਜ਼ਰੂਰਤ ਨੇ, ਯਾਨੀ ਕਿ ਅਮਰੀਕਾ ਨੂੰ ਪ੍ਰਵਾਸੀਆਂ ਦੀ ਬਹੁਤ ਲੋੜ ਹੈ। ਐਸੇ ਪ੍ਰਵਾਸੀ ਜੋ ਹੁਨਰਮੰਦ ਨੇ, ਜਿਨ੍ਹਾਂ ਦੇ ਵਿੱਚ ਕੋਈ ਕਲਾ ਹੈ, ਜੋ ਕੁਝ ਕਰ ਸਕਦੇ ਨੇ, ਐਸੇ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਰਹਿਣ ਦਿੱਤਾ ਜਾਣਾ ਚਾਹੀਦਾ ਹੈ। ਨਾਲੇ ਅਮਰੀਕਾ ਦੀ ਅਰਥ ਵਿਵਸਥਾ ਨੂੰ ਸੁਧਾਰਨ ਦੇ ਵਿੱਚ ਪ੍ਰਵਾਸੀ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ। ਇਸ ਕਰਕੇ ਪ੍ਰਵਾਸੀਆਂ ਦਾ ਅਮਰੀਕਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਹਾਂ, ਬਸ ਇਹ ਗੱਲ ਹੈ ਕਿ ਅਮਰੀਕਾ ਦੇ ਵਿੱਚ ਆਉਣ ਵਾਲੇ ਪ੍ਰਵਾਸੀ ਕਾਨੂੰਨੀ ਤਰੀਕੇ ਦੇ ਨਾਲ ਆਉਣ ਅਤੇ ਆਪਣੇ ਹਰ ਚੀਜ਼ ਨੂੰ ਬਾਖੂਬੀ ਤਰੀਕੇ ਦੇ ਨਾਲ ਕਰਨ, ਯਾਨੀ ਵੀ ਕਿਸੇ ਤਰੀਕੇ ਦੀ ਧੋਖਾਧੜੀ ਜਾਂ ਫਿਰ ਕੋਈ ਵੀ ਗਲਤ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਨੂੰ ਨਾ ਅਪਣਾਇਆ ਜਾ ਸਕੇ। ਹਮੇਸ਼ਾ ਕਾਨੂੰਨੀ ਤਰੀਕੇ ਦੇ ਨਾਲ ਅਗਰ ਉਹ ਆਉਂਦੇ ਨੇ, ਇੱਥੇ ਰਹਿੰਦੇ ਨੇ, ਤੇ ਇਹ ਬਹੁਤ ਵਧੀਆ ਗੱਲ ਹੈ। ਪਰ ਡੋਨਾਲਡ ਟਰੰਪ ਦਾ ਇਹ ਕਹਿਣਾ ਹੈ ਕਿ ਉਹ ਵੀ ਪ੍ਰਵਾਸੀਆਂ ਨੂੰ ਆਉਣ ਦੇਣਗੇ, ਪਰ ਇੰਨੇ ਜ਼ਿਆਦਾ ਪ੍ਰਵਾਸੀਆਂ ਨੂੰ ਨਹੀਂ ਕਿ ਉਹਨਾਂ ਦੀ ਅਰਥ ਵਿਵਸਥਾ ਖਰਾਬ ਹੋ ਜਾਵੇ, ਅਮਰੀਕਾ ਦੀ ਆਬਾਦੀ ਖਰਾਬ ਹੋ ਜਾਵੇ। ਇਸ ਚੀਜ਼ਾਂ ਨੂੰ ਰੋਕਣ ਵਾਸਤੇ ਜੋ ਡੋਨਾਲਡ ਟਰੰਪ ਨੇ ਉਹ ਆਪਣਾ ਪੂਰੀ ਜ਼ੋਰ ਅਜ਼ਮਾਇਸ਼ ਕਰ ਰਹੇ ਨੇ ਕਿ ਪ੍ਰਵਾਸੀਆਂ ਨੇ ਬਹੁਤ ਜ਼ਿਆਦਾ ਹੀ ਹਾਲਾਤ ਜਿਹੜੇ ਅਮਰੀਕਾ ਵਿੱਚ ਖਰਾਬ ਕਰ ਦਿੱਤੇ ਨੇ। ਇੱਥੋਂ ਤੱਕ ਕਿ ਪ੍ਰਵਾਸੀਆਂ ਦੇ ਉੱਤੇ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਜਿੰਨੇ ਅਪਰਾਧ ਹੋ ਰਹੇ ਅਮਰੀਕਾ ਵਿੱਚ ਉਹਨਾਂ ਵਿੱਚ ਪ੍ਰਵਾਸੀ ਜ਼ਿੰਮੇਦਾਰ ਨੇ। ਹਾਲਾਂਕਿ ਇੱਕ ਰਿਪੋਰਟ ਸਾਹਮਣੇ ਆਈ ਸੀ ਜਿਸ ਵਿੱਚ ਸਪਸ਼ਟ ਹੋ ਗਿਆ ਸੀ ਕਿ ਜੋ ਅਪਰਾਧ ਅਮਰੀਕਾ ਵਿੱਚ ਹੋ ਰਹੇ ਨੇ ਉਸ ਵਿੱਚ ਪ੍ਰਵਾਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੈ, ਯਾਨੀ ਕਿ ਪ੍ਰਵਾਸੀਆਂ ਵੱਲੋਂ ਕੀਤੇ ਗਏ ਅਪਰਾਧ ਬਹੁਤ ਜ਼ਿਆਦਾ ਘੱਟ ਹੈ। ਫਿਲਹਾਲ ਡੋਨਾਲਡ ਟਰੰਪ ਦਾ ਇਹ ਦਾਅਵਾ ਦਾ ਝੂਠਾ ਨਿਕਲਦਾ ਹੈ ਜੋ ਉਹਨਾਂ ਨੇ ਬੇਬੁਨਿਆਦ ਜਿਹੜੇ ਇਲਜ਼ਾਮ ਹੈ ਪ੍ਰਵਾਸੀਆਂ ਦੇ ਉੱਤੇ ਲਗਾਏ ਨੇ। ਫਿਲਹਾਲ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਦੀ ਆਪਣੀ ਆਪਣੀ ਮੁਹਿੰਮ ਹੈ, ਆਪਣੀ ਆਪਣੀ ਸੋਚ ਹੈ, ਆਪਣੇ ਆਪਣੇ ਵਿਚਾਰ ਹੈ ਤੇ ਆਪਣਾ ਆਪਣਾ ਉਪਾਅ ਹੈ ਜਾਂ ਫਿਰ ਰੂਲ ਹੋਣਗੇ ਜੋ ਵੋਟਾਂ ਤੋਂ ਬਾਅਦ, ਯਾਨੀ ਕਿ 5 ਨਵੰਬਰ ਤੋਂ ਬਾਅਦ ਜਾਂ ਫਿਰ ਰਾਸ਼ਟਰਪਤੀ ਸੋ ਚੁੱਕਣ ਤੋਂ ਬਾਅਦ ਇਹ ਬਦਲਾਅ ਕੀਤੇ ਜਾਣਗੇ। ਇਸ ਨੂੰ ਲੈ ਕੇ ਹੁਣ ਸਭ ਇਸੇ ਗੱਲ ਨੂੰ ਲੈ ਕੇ ਚਿੰਤਾ ਵਿੱਚ ਹੈ ਕਿ ਆਖਿਰ ਕੌਣ ਇਸ ਰੇਸ ਦੇ ਵਿੱਚ ਜਿੱਤਦਾ ਹੈ ਤੇ ਕੀ ਕੁਝ ਬਦਲਾਅ ਅਮਰੀਕਾ ਵਿੱਚ ਵੇਖਣ ਨੂੰ ਮਿਲਣਗੇ। ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀ, ਕਮਲਾ ਹੈਰਿਸ ਨੇ ਇੱਕ ਮੁਲਾਕਾਤ ਯਾਨੀ ਕਿ ਬਹਿਸ ਦੌਰਾਨ ਬਾਈਡਨ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਜਿੱਠਣ ਦੇ ਮਾਮਲੇ ਵਿੱਚ ਅਪਣਾਈ ਪਹੁੰਚ ਦੀ ਜ਼ੋਰਦਾਰ ਵਕਾਲਤ ਕੀਤੀ ਤੇ ਰਿਪਬਲਿਕਨਾਂ ਉੱਪਰ ਦੋਸ਼ ਲਾਇਆ ਕਿ ਉਹ ਸਰਹੱਦ ਸੁਰੱਖਿਆ ਬਿੱਲ ਪਾਸ ਕਰਨ ਵਿੱਚ ਨਾਕਾਮ ਰਹੇ ਹਨ। ਇਹ ਦੋਸ਼ ਉਹਨਾਂ ਨੇ ਜੋ ਬਾਈਡਨ ਦੀ ਸਰਕਾਰ ਨੂੰ ਬਚਾਉਂਦੇ ਹੋਏ ਰਿਪਬਲਿਕਨ ਪਾਰਟੀ ਦੇ ਉੱਤੇ ਲਗਾਇਆ ਹੈ। ਉੱਥੇ ਇਸ ਬਹਿਸ ਦੌਰਾਨ ਫੋਕਸ ਨਿਊਜ਼ ਮੇਜ਼ਬਾਨ ਬ੍ਰੈਟ ਬੇਰ ਨੇ ਉਸ ਨੂੰ ਵਾਰ-ਵਾਰ ਟੋਕਿਆ ਹੈ। ਆਮ ਤੌਰ ਤੇ ਚੈਨਲ ਅਜਿਹਾ ਨਹੀਂ ਕਰਦੇ, ਪਰ ਇਸ ਵਿੱਚ ਦੇਖਣ ਨੂੰ ਮਿਲਿਆ ਜਿਸ ਵਿੱਚ ਕਮਲਾ ਹੈਰਿਸ ਨੂੰ ਵਾਰ-ਵਾਰ ਟੋਕਿਆ ਗਿਆ, ਟੋਕ ਕੇ ਉਹਨਾਂ ਨੂੰ ਪ੍ਰਸ਼ਨ ਕੀਤਾ ਗਿਆ ਹੈ। ਹਾਲਾਂਕਿ ਹੈਰਿਸ ਤੇ ਬ੍ਰੈਟ ਇੱਕ ਦੂਸਰੇ ਨੂੰ ਨਿਰੰਤਰ ਟੋਕਦੇ ਰਹੇ ਤੇ ਇੱਕ ਮੌਕੇ ਤੇ ਹੈਰਿਸ ਕੁਝ ਪਰੇਸ਼ਾਨ ਵੀ ਨਜ਼ਰ ਆਈ ਸੀ, ਪਰੰਤੂ ਉਹ ਰਿਪਬਲਿਕਨ ਸਰੋਤਿਆਂ ਤੱਕ ਆਪਣਾ ਸੁਨੇਹਾ ਪਹੁੰਚਾਉਣ ਵਿੱਚ ਸਫਲ ਰਹੀ, ਜਿਸ ਨੂੰ ਅਕਸਰ ਉਹ ਸੁਣਦੇ ਨਹੀਂ ਹਨ। ਜਦੋਂ ਹੈਰਿਸ ਨੂੰ ਪੁੱਛਿਆ ਗਿਆ ਕਿ ਡੋਨਾਲਡ ਟਰੰਪ ਜਦੋਂ ਰਾਸ਼ਟਰਪਤੀ ਸਨ ਤਾਂ ਉਹਨਾਂ ਦੀਆਂ ਸਰਹੱਦ ਉੱਪਰ ਰੋਕਾਂ ਸੰਬੰਧੀ ਨੀਤੀਆਂ ਵਿੱਚੋਂ ਕੁਝ ਨੂੰ ਬਾਈਡਨ ਪ੍ਰਸ਼ਾਸਨ ਵੱਲੋਂ ਸੱਤਾ ਸੰਭਾਲਦਿਆਂ ਹੀ ਵਾਪਸ ਲੈਣ ਨੂੰ ਉਹ ਕਿਵੇਂ ਜਾਇਜ਼ ਠਹਿਰਾਉਂਦੇ ਹਨ, ਤਾਂ ਉਹਨਾਂ ਨੇ ਕਿਹਾ ਕਿ ਟਰੰਪ ਨੇ ਰਿਪਬਲਿਕਨਾਂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਬਿੱਲ ਨੂੰ ਰੱਦ ਕਰ ਦੇਣ, ਜਦਕਿ ਇਸ ਬਿੱਲ ਉੱਪਰ ਦੋਨਾਂ ਧਿਰਾਂ ਦੀ ਸਹਿਮਤੀ ਸੀ। ਹੈਰਿਸ ਨੇ ਵੀ ਕਿਹਾ ਕਿ ਟਰੰਪ ਨੇ ਇਹ ਇਸ ਲਈ ਕੀਤਾ ਸੀ ਕਿਉਂਕਿ ਉਹ ਸਮੱਸਿਆ ਹੱਲ ਕਰਨ ਦੀ ਬਜਾਏ ਇਸ ਨੂੰ ਜਿਉਂ ਦਾ ਤਿਉਂ ਕਾਇਮ ਰੱਖਣਾ ਚਾਹੁੰਦੇ ਸਨ। ਇਸੇ ਕਰਕੇ ਉਹਨਾਂ ਨੇ ਸਭ ਚੀਜ਼ਾਂ ਕੀਤੀਆਂ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਟਰੰਪ ਤੇ ਰਿਪਬਲਿਕਨ ਦਾਅਵਾ ਕਰਦੇ ਹਨ ਕਿ ਪ੍ਰਵਾਸੀ ਹਿੰਸਕ ਅਪਰਾਧਾਂ ਨੂੰ ਬੜਾਵਾ ਦੇ ਰਹੇ ਹਨ, ਜਿਵੇਂ ਮੈਂ ਗੱਲ ਪਹਿਲਾਂ ਕਹੀ ਹੈ, ਪਰੰਤੂ ਵਿਸ਼ਲੇਸ਼ਣਾਂ ਵਿੱਚ ਸਪਸ਼ਟ ਹੋਇਆ ਹੈ ਕਿ ਦੂਸਰਿਆਂ ਦੀ ਤੁਲਨਾ ਵਿੱਚ ਪ੍ਰਵਾਸੀਆਂ ਦੀ ਅਪਰਾਧ ਦਰ ਜਿਹੜੀ ਉਹ ਘੱਟ ਹੈ। ਬ੍ਰੈਟ ਵੱਲੋਂ ਹੈਰਿਸ ਨੂੰ ਪੁੱਛਿਆ ਗਿਆ ਕਿ ਬਹੁਤ ਸਾਰੇ ਅਮਰੀਕੀ ਟਰੰਪ ਦਾ ਸਮਰਥਨ ਕਰ ਰਹੇ ਹਨ ਕਿ ਕੀ ਉਹ ਮੂਰਖ ਹਨ। ਇਸ ਤੇ ਹੈਰਿਸ ਨੇ ਜਵਾਬ ਵਿੱਚ ਕਿਹਾ ਹੈ ਕਿ
परमात्मा माफ़ करे, मैं अमरीकी लोगों बारे अजिहा नहीं सोचती ਅਤੇ ना ही कभी सोचांगी ਤੇ ना ही कभी ऐसा किया है। इस दौरान मुलाकात दौरान ब्रैडबेन ने ट्रंप की एक टिप्पणी विखाई जिस ਵਿੱਚ ਉਸਨੇ ਕਿਹਾ ਕਿ ਮੈਂ ਕਿਸੇ ਨੂੰ ਵੀ ਧਮਕਾ ਨਹੀਂ ਰਿਹਾ ਹਾਂ, ਜਦਕਿ ਇਹ ਟਿੱਪਣੀ ਇੰਨੀ ਹੀ ਦਿਖਾਏਗੀ। ਇਸ ਤੇ ਕਮਲਾ ਹੈਰਿਸ ਨੇ ਆਪਣਾ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਤੁਸੀਂ ਉਹ ਸਾਰਾ ਕੁਝ ਨਹੀਂ ਵਿਖਾਇਆ ਜੋ ਟਰੰਪ ਨੇ ਕਿਹਾ ਸੀ, ਇਹ ਤਾਂ ਕੇਵਲ ਆਖਰੀ ਲਾਈਨ ਹੈ। ਟਰੰਪ ਨੇ ਵਾਰ-ਵਾਰ ਜੋ ਦੁਹਰਾਇਆ ਸੀ, ਤੁਸੀਂ ਤੇ ਮੈਂ ਬਖੂਬੀ ਜਾਣਦੇ ਹਾਂ, ਤੁਸੀਂ ਤੇ ਮੈਂ ਜਾਣਦੇ ਹਾਂ ਕਿ ਟਰੰਪ ਨੇ ਕਿਹਾ ਸੀ ਕਿ ਉਹ ਅਮਰੀਕੀ ਲੋਕਾਂ ਉੱਪਰ ਫੌਜ ਤੈਨਾਤ ਕਰ ਦੇਣਗੇ ਕਿ ਇਹ ਲੋਕਤੰਤਰ ਹੈ। ਇਹ ਪੁੱਛੇ ਜਾਣ ਤੇ ਕਿ ਬਾਈਡਨ ਪ੍ਰਸ਼ਾਸਨ ਦੀ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਉਹ ਬਦਲਣਾ ਚਾਹਣਗੇ ਤਾਂ ਹੈਰਿਸ ਨੇ ਕਿਹਾ, ਮੈਂ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਮੇਰਾ ਕਾਰਜਕਾਲ ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਦੀ ਨਿਰੰਤਰਤਾ ਨਹੀਂ ਹੋਵੇਗਾ। यानी कि अगर मैं इस सत्ता विच आउंदी हाँ, मेरा कार्यकाल चलेगा तो मैं अपने अकॉर्डिंग काम करूँगी, हर चीज़ नूं बखूबी तरीके दे नाल करन दी कोशिश की जाएगी ताकि अमरीकी लोगों नूं किसी तरीके की कोई मुश्किल का सामना नहीं करना पवे। फिलहाल बाइडन अगर उन्हां दे नाल ने उन्हां दे नाल हमेशा रहेगी तो उन्हां दी हमेशा थैंक्स करती रहेगी, पर कभी भी इस चीज़ ਨੂੰ ਲੈ ਕੇ नहीं आएगी कि जो कार्यकाल या जो रूल्स बाइडन प्रशासन ਵੱਲੋਂ ਚਲਾਏ ਗਏ ਸੀ ਉਸੇ ਨੂੰ ਨਿਰੰਤਰ ਅੱਗੇ ਤੱਕ ਤੋਰੀ ਰੱਖਣਗੇ, ਐਸਾ ਨਹੀਂ ਹੋਏਗਾ। ਉੱਥੇ ਬਾਈਡਨ ਨੂੰ ਵੀ ਇੱਕ ਰੈਲੀ ਦੌਰਾਨ ਬਾਈਡਨ ਨੇ ਵੀ ਰੈਲੀ ਦੇ ਵਿੱਚ ਇੱਕ ਵਾਰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਹਰ ਕੋਈ ਰਾਸ਼ਟਰਪਤੀ ਦੀ ਦੌੜ ਆਪਣੇ ਆਪ ਲੜਦਾ ਹੈ, ਇਸ ਨੂੰ ਕੋਈ ਹੋਰ ਨਹੀਂ ਲੜ ਸਕਦਾ। ਉਹਨਾਂ ਨੇ ਕਿਹਾ ਕਿ ਮੈਂ ਵੀ ਬਰਾਕ ਓਬਾਮਾ ਦੀ ਥਾਂ ਆਇਆ ਸੀ, ਮੈਂ ਵੀ ਬਰਾਕ ਓਬਾਮਾ ਤੋਂ ਬਾਅਦ खुद का कार्यकाल खुद सांभिया सी, खुद नूं लैके अपने ते फैसले कीते सीगे ते हुण कमला हैरिस अगर राष्ट्रपति जितदी है तो उन्हां नूं अपना राह खुद बनाना पवेगा अते इस रेस विच खुद अगे जाना पवेगा। इसलिए मैं भी उन्हां दी कोई ऐसी हेल्प नहीं कर सकदा। फिलहाल असीं उन्हां दा समर्थन कर रहे हां, पर कमला हैरिस नूं इस सत्ता नूं संभालण दे लई यानी अमेरिका दी प्रभु सत्ता दे लई अते अपने राह खुद बनाने पैणगे, अमरीकी लोकां दे लई नवे फैसले खुद लैणे पैणगे कि की जिहड़ा है अमेरिका दे हित विच है ते की नहीं है। सो डोनाल्ड ट्रंप ਅਤੇ ਕਮਲਾ ਹੈਰਿਸ ਵਿੱਚ ਮੁਕਾਬਲਾ ਬਹੁਤ ਜ਼ਬਰਦਸਤ ਹੋ ਰਿਹਾ ਹੈ। ਬਹੁਤ ਸਾਰੇ ਇਸ ਚੋਣਾਂ ਦੇ ਉੱਪਰ ਪੂਰੇ ਦੁਨੀਆ ਦੀ ਨਜ਼ਰ ਹੈ ਕਿਉਂਕਿ ਅਮਰੀਕਾ ਦੀ ਚੋਣਾਂ ਬਹੁਤ ਖਾਸ ਹੈ, ਇਸ ਕਰਕੇ ਹਰ ਇੱਕ जगह ते हर एक देश विच इस गल की चर्चा भी हो रही है कि आखिर अमेरिका दे विच कौन राष्ट्रपति चुनिया जाएगा। इस विच अगर मैं भारत की गल करा ना तो भारत का बहुत ज़्यादा इंटरस्ट इस विच है क्योंकि कमला हैरिस एक भारतीय मूल की व्यक्ति कही जाती है, इस करके भी बहुत सारे लोग जिहड़े ने भारत दे विच भी वो कमला हैरिस नूं समर्थन दे रहे हैं। उत्थे कुछ राज्य ऐसे भी ने भारत दे विच जो डोनाल्ड ट्रंप का समर्थन करते हुए नजर आए हैं। उधर ही अमरीकी राष्ट्रपति चोणां भी सिर्फ हफ्ते बाकी रह गए हैं। ਕਮਲਾ ਹੈਰਿਸ ਕਾਲੇ ਅਤੇ ਲਾਤੀਨੀ ਵੋਟਰਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਹੀ ਹੈ। ਦੋਵਾਂ ਸਮੂਹਾਂ ਵਿੱਚ ਸਪਸ਼ਟ ਲੀਡ ਹੋਣ ਦੇ ਬਾਵਜੂਦ ਕੁਝ ਡੈਮੋਕ੍ਰੇਟਸ ਨੇ ਚੇਤਾਵਨੀ ਦਿੱਤੀ ਹੈ ਕਿ ਉਸ ਨੂੰ ਨਵੰਬਰ ਵਿੱਚ ਆਪਣੇ ਲਈ ਆਉਣ ਲਈ ਇਹਨਾਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਕੁਝ ਕਰਨ ਦੀ ਜ਼ਰੂਰਤ ਹੈ। ਇਹ ਹਾਲੀਆ ਪੋਲਿੰਗ ਦੇ ਕਾਰਨ ਹੈ ਜੋ ਸੁਝਾਅ ਦਿੰਦਾ ਹੈ ਕਿ ਹੈਰਿਸ ਦੇ ਰਿਪਬਲਿਕਨ ਵਿਰੋਧੀ ਡੋਨਾਲਡ ਟਰੰਪ ਕਾਲੇ ਅਤੇ ਲੈਟਿਨੋ ਵੋਟਰਾਂ ਨੂੰ ਜਿੱਤਣ ਵਿੱਚ ਸਫਲਤਾ ਪ੍ਰਾਪਤ ਕਰ ਰਹੇ ਹਨ ਜੋ ਉਸਨੇ 2016 ਅਤੇ 2020 ਵਿੱਚ ਕੀਤੇ ਲਾਭਾਂ ਦੀ ਨਿਰੰਤਰਤਾ ਹੈ। ਉਧਰ ਹੀ ਨਿਊਯਾਰਕ ਟਾਈਮਜ਼ ਅਤੇ ਸੀਐਨਐਨ ਦੇ ਇੱਕ ਪੋਲ ਨੇ ਸੰਕੇਤ ਦਿੱਤਾ ਹੈ ਕਿ ਹੈਰਿਸ ਨੂੰ ਕਾਲੇ ਵੋਟਰਾਂ ਵਿੱਚ 78% ਸਮਰਥਨ ਪ੍ਰਾਪਤ ਹੈ। ਹਾਲੀਆ ਚੋਣਾਂ ਵਿੱਚ ਡੈਮੋਕ੍ਰੇਟਸ ਲਈ ਲਗਭਗ 90% ਸਮਰਥਨ ਦੇ ਮੁਕਾਬਲੇ ਇਸ ਡ੍ਰੌਪ ਆਫ ਵਿੱਚ ਜ਼ਿਆਦਾਤਰ ਮਰਦਾਂ ਦਾ ਯੋਗਦਾਨ ਹੈ। एक दौड़ विच महत्वपूर्ण साबित हो सकता है जो रेजर पतले मारिजन द्वारा तय की जाती है। ਅਤੇ ਭਾਵੇਂ ਇਹ ਪੋਲਿੰਗ ਬੰਦ ਹੈ, ਮੁੱਖ ਲੜਾਈ ਦੇ ਮੈਦਾਨ ਵਿੱਚ ਕਾਲੇ ਜਾਂ ਲੈਟਿਨੋ ਵੋਟਰਾਂ ਵਿੱਚ ਮਾਮੂਲੀ ਲਾਭ ਆਖਰਕਾਰ ਨਤੀਜੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਕਰਕੇ ਇਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਨਾਂ ਦੋਨੋਂ ਉਮੀਦਵਾਰਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਲੁਭਾਇਆ ਜਾ ਸਕੇ ਤੇ ਇਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਉਦਾਹਰਨ ਦੇ ਲਈ ਐਰੀਜ਼ੋਨਾ ਵਿੱਚ 5 ਨਵੰਬਰ ਨੂੰ 4 ਵਿੱਚੋਂ ਲਗਭਗ 1 ਵੋਟਰ ਲੈਟਿਨੋ ਹੋਣ ਦੀ ਸੰਭਾਵਨਾ ਹੈ। ਨਾਲ ਹੀ ਨੇੜਲੇ ਨੇਵਾਡਾ ਵਿੱਚ ਵੀ ਲਗਭਗ 20% ਹੋਣ ਦੀ ਸੰਭਾਵਨਾ ਹੈ। ਇੱਕ ਹੋਰ ਪ੍ਰਮੁੱਖ ਰਾਜ ਜਾਰਜੀਆ ਵਿੱਚ ਕਾਲੇ ਵੋਟਰ ਕੁੱਲ ਦਾ ਲਗਭਗ 30% ਪਾਉਂਦੇ ਹਨ। ਵਿਸ਼ਾਲ ਯੂਐਸ ਵੋਟਰਾਂ ਦੀ ਗੂੰਜ ਵਿੱਚ ਕਾਲੇ ਅਤੇ ਲਾਤੀਨੀ ਵੋਟਰਾਂ ਦੋਵਾਂ ਨੇ ਬਾਈਡਨ ਪ੍ਰਸ਼ਾਸਨ ਦੁਆਰਾ ਇਮੀਗ੍ਰੇਸ਼ਨ ਅਤੇ ਯੂਐਸ ਮੈਕਸੀਕੋ ਸਰਹੱਦ ਨੂੰ ਸੰਭਾਲਣ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਮਜ਼ਬੂਤ ਸਰਹੱਦੀ ਨਿਯੰਤਰਣ ਅਤੇ ਲੱਖਾਂ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦਾ ਵਾਅਦਾ ਟਰੰਪ ਦੀ ਮੁਹਿੰਮ ਦੇ ਪਲੇਟਫਾਰਮ ਦਾ ਕੇਂਦਰੀ ਹਿੱਸਾ ਹੈ। ਇਸ ਮੁਹਿੰਮ ਨੂੰ ਕੁਝ ਕਾਲੇ ਅਤੇ ਲੈਟਿਨੋ ਵੋਟਰਾਂ ਵਿੱਚ ਇੱਕ ਪ੍ਰਸੰਨ ਸਰੋਤੇ ਵੀ ਮਿਲ ਰਹੇ ਹਨ ਜੋ ਕਹਿੰਦੇ ਹਨ ਕਿ ਉਹ ਬਾਈਡਨ ਪ੍ਰਸ਼ਾਸਨ ਦੇ ਅਧੀਨ ਅਤੇ ਹੈਰਿਸ ਦੇ ਅਧੀਨ ਵਿਸਥਾਰ ਦੁਆਰਾ ਸਰਹੱਦ ਨੂੰ ਅਰਾਜਕ ਅਤੇ ਖਤਰਨਾਕ ਸਮਝਦੇ ਹਨ। ਉਧਰ ਹੀ
ਇੱਕ ਟਰੰਪ ਸਮਰਥਕ ਅਤੇ ਟੈਕਸਾਸ ਤੋਂ ਇੱਕ ਵਾਰ ਤੇ ਡੈਮੋਕ੍ਰੇਟ ਨੇ ਕਿਹਾ ਹੈ ਕਿ ਹਾਲ ਹੀ ਦੇ ਸਾਲਾਂ ਦੌਰਾਨ ਰਿਕਾਰਡ ਪ੍ਰਵਾਸੀ ਕ੍ਰੋਸਿੰਗ ਦੀਆਂ ਰੋਜ਼ਾਨਾ ਦੀਆਂ ਹਕੀਕਤਾਂ ਕੁਝ ਵੋਟਰਾਂ ਦੇ ਮਨਾਂ ਤੇ ਭਾਰੀ ਭਾਰ ਪੈ ਰਹੀਆਂ ਹਨ। ਭਾਵੇਂ ਇਹ ਗਿਣਤੀ ਇਸ ਸਾਲ ਘਟ ਗਈ ਹੋਵੇ, ਪਰ ਫਿਰ ਵੀ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੇ ਕਿਹਾ ਕਿ ਮੈਂ ਸਰਹੱਦ ਦੇ ਇੰਨੇ ਨੇੜੇ ਰਹਿੰਦਾ ਹਾਂ ਅਤੇ ਮੈਂ ਪਹਿਲਾਂ ਕਦੀ ਵੀ ਅਜਿਹੀ ਤਬਾਹੀ ਨਹੀਂ ਦੇਖੀ ਜਿੰਨੀ ਅਸੀਂ ਕਮਲਾ ਅਤੇ ਬਾਈਡਨ ਅਧੀਨ ਵੇਖੀ ਹੈ। ਇਸੇ ਤਰ੍ਹਾਂ ਸ਼੍ਰੀਮਾਨ ਜੋਰਡਨ ਵਰਜੀਨੀਆ ਵਿੱਚ ਕਾਲੇ ਵੋਟਰ ਨੇ ਕਿਹਾ ਕਿ ਉਹ ਮੰਨਦਾ ਹੈ ਕਿ ਸ਼ਰਨ ਮੰਗਣ ਵਾਲੇ ਅਤੇ ਹੋਰ ਵਿਦੇਸ਼ੀ ਨਾਗਰਿਕ ਉਹ ਸਰੋਤ ਲੈ ਰਹੇ ਹਨ ਜੋ ਕਾਲੇ ਭਾਈਚਾਰੇ ਦਾ ਹੱਕ ਤੋਂ ਮੰਗ ਰਿਹਾ ਹੈ। ਇਹ ਉਹ ਚੀਜ਼ ਸੀ ਜੋ ਟਰੰਪ ਨੇ ਸੋਮਵਾਰ ਨੂੰ ਸਿੱਧੇ ਤੌਰ ਤੇ ਸੰਬੋਧਿਤ ਕੀਤੀ। ਕਾਲੇ ਅਤੇ ਲੈਟਿਨੋ ਭਾਈਚਾਰਿਆਂ ਤੇ ਵੱਡਾ ਨਕਾਰਾਤਮਕ ਪ੍ਰਭਾਵ ਰੱਖਣ ਵਾਲੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਹਮਲੇ ਦਾ ਹਵਾਲਾ ਦਿੰਦੇ ਹੋਏ ਸੋ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਹੱਕ ਜੋ ਬਹੁਤ ਸਾਲ ਪਹਿਲਾਂ ਜਿਹੜੇ ਕਿ ਦੂਸਰੇ ਪ੍ਰਵਾਸੀ ਲੋਕ ਲੈਟਿਨੋ ਜਾਂ ਫਿਰ ਇਸ ਭਾਈਚਾਰੇ ਦੇ ਲੋਕ ਕਾਫੀ ਸਮੇਂ ਤੋਂ ਇਸ ਨੂੰ ਲੈ ਕੇ ਮੰਗ ਕਰ ਰਹੇ ਨੇ ਤੇ ਉਹਨਾਂ ਨੂੰ ਮਿਲਣ ਦੀ ਬਜਾਏ ਇਹ ਸਭ ਚੀਜ਼ਾਂ ਉਹਨਾਂ ਨੂੰ ਮਿਲੀਆਂ ਜਾ ਰਹੀਆਂ ਨੇ ਜੋ ਗੈਰ ਕਾਨੂੰਨੀ ਤੌਰ ਤੇ ਯਾਨੀ ਕਿ ਗੈਰ ਦਸਤਾਵੇਜ਼ੀ ਪ੍ਰਵਾਸੀ ਨੇ। ਉਹਨਾਂ ਨੇ ਇਹਨਾਂ ਦੇ ਉੱਤੇ ਸਾਫ਼ ਹਮਲਾ ਕੀਤਾ ਹੈ ਜੋ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵ ਪਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਡੋਨਲਡ ਟਰੰਪ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ, ਇਹਨਾਂ ਲੋਕਾਂ ਨੂੰ ਭਰੋਸਾ ਦੇ ਰਹੇ ਨੇ ਕਿ ਅਗਰ ਉਹ ਰਾਸ਼ਟਰਪਤੀ ਬਣ ਜਾਂਦੇ ਨੇ ਤੇ ਇਹਨਾਂ ਦੇ ਹੱਕ ਲਈ ਕੰਮ ਕੀਤਾ ਜਾਵੇਗਾ ਅਤੇ ਇਹਨਾਂ ਪ੍ਰਵਾਸੀਆਂ ਨੂੰ ਜੋ ਬਿਨਾਂ ਦਸਤਾਵੇਜ਼ਾਂ ਦੇ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਆ ਰਹੇ ਨੇ ਇਹਨਾਂ ਨੂੰ ਬਾਹਰ ਕਰ ਦਿੱਤਾ ਜਾਵੇਗਾ ਤੇ ਇਸ ਇਮੀਗ੍ਰੇਸ਼ਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਿਲਕੁਲ ਖਤਮ ਕਰ ਦਿੱਤੀ ਜਾਏਗੀ। यानी मैक्सिको सरहद ਤੇ किसी भी तरीके की कोई भी एंट्री नहीं की जाएगी। सो यही वजह है कि जो कमला हैरिस ਅਤੇ ਜੋ ਬਾਈਡਨ ਪ੍ਰਸ਼ਾਸਨ यानी कि डेमोक्रेटिक पार्टी है इन्हों के अपना प्रभाव छड्डण दे विच थोड़ी जी असफल नज़र आ रही है, पर ट्रंप की गल्लां ते दावियां नूं ये लोग पसंद कर रहे हैं। सो इन्हों की वोट भी बहुत कीमती है क्योंकि 5 नवंबर के इन्हों की वोटा का अहम हिस्सा बहुत कुछ कर सकता है जिस विच ट्रंप या फिर कमला हैरिस उन्होंने एक नूं जिता भी सकता है। सो ये तो हुण 5 नवंबर को पता चलेगा। फिलहाल अज दे प्रोग्राम इंटरनेशनल अपडेट के इन्ना ही होर अपडेट्स लैके इलैक्शनस नाल जुड़ियां होईयां मैं यानी कि सुरभि शर्मा फिर तो हाजिर होवांगी। तुसीं बने रहो जी पंजाब मिल यूएसए टीवी दे नाल। तुहाडे सब दा बहुत बहुत धन्नवाद।